ਸਿਰੈ ਉਪਰ ਫਿਰ ਨਾ ਕਰਤ ਵਿਚਾਰ। ਤੋਹੇ ਦਰਿਆ ਤੋਹੇ ਕਰਿਆ, ਤੁਝੈ ਤੇ ਨਿਸਤਾਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਹਿਬ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਵਨ ਸ਼ਹੀਦੀ ਦਿਹਾੜੇ ਦੇ ਉੱਪਰ ਆਪ ਸਮੂਹ ਸੰਗਤ ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਬੈਠੇ ਹੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਿਵੇਂ ਸ਼ਹੀਦੀ ਹੋਈ, ਇਸ ਉੱਤੇ ਆਪਾਂ ਵਿਚਾਰ ਕਰਾਂਗੇ। ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਸੋਝੀ ਬਖਸ਼ਿਸ਼ ਕਰਨ, ਆਓ ਸਾਰੇ ਅਸੀਸ ਬਖਸ਼ਿਸ਼ ਕਰੋ। ਕਲਗੀਧਰ ਮਾਲਕ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਬਖਸ਼ੋ ਅਸੀਸ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਤਿਗੁਰੂ ਜੀ ਲਾਹੌਰ ਦੀ ਧਰਤੀ ਤੇ ਆਏ ਨੇ, ਤੇ ਉਹ ਜਹਾਂਗੀਰ ਬਾਦਸ਼ਾਹ ਨੇ ਹੁਕਮ ਕੀਤਾ। ਕਿਹੜਾ ਹੁਕਮ ਸੀ? ਕਹਿਣ ਲੱਗੇ, ਮਰਤਜਾ ਖਾਂ ਨੂੰ ਕਿਹਾ ਵੀ ਜੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨਾ ਹੈ, ਜਾਸਾ ਖਾਂ ਧਾਰਾ ਦੇ ਅਧੀਨ ਸ਼ਹੀਦ ਕਰਨਾ ਹੈ। ਜਿਹੜੀ ਚੰਗੇਜ਼ ਖਾਂ ਨੇ 1252 ਦੇ ਵਿੱਚ ਬਣਾਈ। ਇਹ ਕਿਹੜੀ ਧਾਰਾ ਸੀ? ਇਹ ਉਹ ਧਾਰਾ ਸੀ, ਕਹਿਣ ਲੱਗੇ ਜੇ ਕਿਸੇ ਫਕੀਰ ਨੂੰ ਸ਼ਹੀਦ ਕਰਨਾ ਹੈ, ਖਤਮ ਕਰਨਾ ਹੈ, ਉਸ ਰੱਬ ਨੂੰ ਮੰਨਣ ਵਾਲੇ, ਰੱਬ ਦੀ ਬੰਦਗੀ ਕਰਨ ਵਾਲੇ ਦਾ ਖੂਨ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ। ਖੂਨ ਨਹੀਂ ਡੁੱਲਣਾ ਚਾਹੀਦਾ। ਕਹਿਣ ਲੱਗੇ ਵੀ ਜੇ ਖੂਨ ਡੁੱਲ ਗਿਆ, ਉਸ ਇੱਕ ਖੂਨ ਦੇ ਵਿੱਚੋਂ ਕਈ ਸ਼ਹੀਦ ਪੈਦਾ ਹੁੰਦੇ ਨੇ, ਕਈ ਜਨਮ ਲੈਂਦੇ ਹਨ। ਤੇ ਕਿਵੇਂ ਸ਼ਹੀਦ ਕਰਨਾ? ਕਹਿਣ ਲੱਗੇ ਖੂਨ ਨਹੀਂ ਡੁੱਲਣਾ ਚਾਹੀਦਾ। ਤੇ ਕਿਹੜੀਆਂ ਕਿਹੜੀਆਂ ਨੀਤੀਆਂ ਅਪਣਾਈਆਂ? ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ 5 ਦਿਨ ਤਸੀਹੇ ਲਗਾਤਾਰ ਦਿੱਤੇ ਗਏ। ਪਹਿਲਾਂ ਕੀ ਕੀਤਾ? ਪਹਿਲਾਂ ਸਤਿਗੁਰਾਂ ਨੂੰ ਭੁੱਖਿਆਂ ਰੱਖਿਆ ਗਿਆ, ਖਾਣ ਲਈ ਕੁਝ ਨਹੀਂ ਦਿੱਤਾ ਗਿਆ, ਛਕਣ ਦੇ ਲਈ ਜਲ ਵੀ ਨਹੀਂ ਦਿੱਤਾ ਗਿਆ। ਤੇ ਕਹਿਣ ਲੱਗੇ ਜਿਹੜੇ ਸਾਰੀ ਜ਼ਿੰਦਗੀ ਤਪਾਉਂਦੇ ਰਹੇ, ਅਖੀਰ ਤੇ ਕੀ ਕੀਤਾ? ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਲਈ ਤਤੀ ਤਵੀ ਤਿਆਰ ਕੀਤੀ। ਲੱਕੜਾਂ ਬਾਲ ਕੇ, ਅੱਗ ਬਾਲ ਕੇ, ਸੂਹੀ ਲਾਲ ਕਰਕੇ ਚੰਗੀ ਤਰ੍ਹਾਂ ਤਪਾ ਕੇ ਤਤੀ ਤਵੀ ਉਸ ਤੇ ਮੇਰੇ ਮਾਲਕ ਗੁਰੂ ਅਰਜਨ ਦੇਵ ਜੀ ਨੂੰ ਬਿਠਾਉਣਾ ਕੀਤਾ ਹੈ। ਤੇ ਜਦੋਂ ਤਤੀ ਤਵੀ ਤੇ ਬੈਠੇ, ਕਹਿਣ ਲੱਗੇ ਉਹੀ ਸਤਿਗੁਰੂ, ਉਹੀ ਨੂਰ ਚਿਹਰੇ ਤੇ, ਉਹੀ ਮੁਸਕਰਾਹਟ, ਉਹੀ ਆਨੰਦ ਦੇ ਵਿੱਚ ਸਤਿਗੁਰੂ ਜੀ ਤਤੀ ਤਵੀ ਤੇ ਬੈਠੇ ਨੇ, ਜਿਹੜੇ ਹਰਮੰਦਰ ਦੀ ਧਰਤੀ ਤੇ ਸੰਗਤਾਂ ਨੂੰ ਨਿਹਾਲ ਕਰਦੇ ਸਨ। ਉਵੇਂ ਹੀ ਬੈਠੇ ਨੇ, ਕੋਈ ਮਨ ਦੇ ਵਿੱਚ ਸ਼ੋਕ ਨਹੀਂ। ਅੱਜ ਤਤੀ ਤਵੀ ਤੇ ਗੁਰੂ ਅਰਜਨ ਦੇਵ ਜੀ ਬੈਠੇ ਨੇ। ਜਦੋਂ ਫੇਰ ਇਹਨਾਂ ਦਾ ਵਸ ਨਾ ਚੱਲਿਆ, ਫਿਰ ਇਹਨਾਂ ਨੇ ਤਤੀ ਰੇਤਾ ਗਰਮ ਕੀਤੀ। ਤਤੀ ਰੇਤਾ ਗਰਮ ਕਰਕੇ ਕੜਛੇ ਦੇ ਨਾਲ ਸਤਿਗੁਰਾਂ ਦੇ ਸੀਸ ਤੇ ਪਾ ਰਹੇ ਹਨ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਉਸੇ ਤਰ੍ਹਾਂ ਸ਼ਾਂਤ ਬੈਠੇ ਹਨ।
ਜਿਹਨੂੰ ਸਾਹਿਬ ਜੀ ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਸੀਸ ਤੇ ਰੇਤਾ ਪੈ ਰਿਹਾ ਅਜੇ ਵੀ ਸ਼ਾਂਤ, ਤਤੀ ਤਵੀ ਹੈ ਗਰਮ ਫਿਰ ਵੀ ਸ਼ਾਂਤ। ਤੇ ਜਦੋਂ ਸਾਈਂ ਮੀਆਂ ਮੀਰ ਜੀ ਆਏ ਤੇ ਜਦੋਂ ਇਹਨਾਂ ਨੇ ਪਹਿਲਾਂ ਆਪਣੀਆਂ ਸ਼ਰਤਾਂ ਰੱਖੀਆਂ ਅੰਮ੍ਰਿਤਜਾ ਖਾਂ ਨੇ ਵੀ ਤੁਸੀਂ ਔਰੰਗਜ਼ੇਬ ਦੇ ਸੁਪੁੱਤਰ ਨੂੰ, ਉਹਦੇ ਪੁੱਤਰ ਨੂੰ, ਖੁਸਰੋ ਨੂੰ ਆਪਣੇ ਘਰ ਦੇ ਵਿੱਚ ਥਾਂ ਦਿੱਤੀ, ਲੰਗਰ ਛਕਾਇਆ, ਮਾਇਆ ਦੀ ਵੀ ਸਹਾਇਤਾ ਕੀਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਜਹਾਂਗੀਰ ਨੂੰ ਜਾ ਕੇ ਕਹਿ, ਕੀ ਹੋਇਆ ਜੇ ਭੁੱਲ ਭੁਲੇਖੇ ਤੇਰਾ ਪੁੱਤਰ ਆ ਕੇ ਗੁਰੂ ਘਰ ਦੇ ਵਿੱਚੋਂ ਲੰਗਰ ਛਕ ਗਿਆ। ਇਹ ਉਹ ਦਰ ਹੈ ਜਿਸ ਦਰ ਤੇ ਤੇਰਾ ਬਾਪ ਅਕਬਰ ਵੀ ਲੰਗਰ ਛਕਣ ਆਇਆ ਸੀ, ਲੰਗਰ ਛਕਿਆ ਸੀ। ਕੀ ਹੋਇਆ ਜੇ? ਤੇ ਦੂਸਰਾ ਉਹਨਾਂ ਨੇ ਫਿਰ ਸਵਾਲ ਕੀਤਾ ਆਪਣੀ ਈਨ ਮਨਾਉਣ ਦੇ ਲਈ। ਕਹਿਣ ਲੱਗੇ ਵੀ ਸਾਡੇ ਅਨੁਸਾਰ, ਸਾਡੀ ਮਤ ਅਨੁਸਾਰ ਜਿਹੜਾ ਤੁਸੀਂ ਗ੍ਰੰਥ ਲਿਖਿਆ ਹੈ ਉਹਦੇ ਵਿੱਚ ਮਿਲਾਵਟ ਕਰੋ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਿਸ ਗ੍ਰੰਥ ਦੀ ਤੂੰ ਗੱਲ ਕਰਦਾ ਇਹ ਆਮ ਗ੍ਰੰਥ ਨਹੀਂ, ਇਹ ਕਿਸੇ ਆਮ ਬੰਦੇ ਦੇ ਬੋਲ ਨਹੀਂ, ਇਹ ਰੱਬ ਦੇ ਬੋਲ ਨੇ। ਧੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹਦੇ ਵਿੱਚ ਮਿਲਾਵਟ ਨਹੀਂ ਹੋ ਸਕਦੀ। ਧੰਨ ਹੋ ਸਿੱਖੋ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਬਲਿਦਾਨ ਤਾਂ ਦੇ ਦਿੱਤਾ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਾਵਟ ਨਹੀਂ ਹੋਣ ਦਿੱਤੀ। ਜਿਵੇਂ ਮਾਂ ਆਪਣੇ ਪੁੱਤਰ ਨਾਲ ਪ੍ਰੇਮ ਕਰਦੀ ਹੈ ਨਾ, ਆਪਣੇ ਪੁੱਤਰ ਨੂੰ ਚੰਗਾ ਭੋਜਨ ਦਿੰਦੀ ਹੈ, ਸ਼ੁੱਧ ਭੋਜਨ। ਕਹਿਣ ਲੱਗੇ ਉਸ ਤਰ੍ਹਾਂ ਸਾਡੀ ਰੂਹ ਦੇ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ੁੱਧ ਭੋਜਨ ਦਿੱਤਾ ਹੈ, ਸਾਡੀ ਆਤਮਾ ਦੇ ਲਈ, ਆਤਮਾ ਨੂੰ ਬਲਵਾਨ ਕਰਨ ਦੇ ਲਈ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਤੀ ਤਵੀ ਤੇ ਵੀ ਬਿਠਾ ਦਿੱਤਾ, ਸੀਸ ਤੇ ਰੇਤਾ ਵੀ ਪਵਾਇਆ, ਸਾਈਂ ਮੀਆਂ ਮੀਰ ਨੇ ਆ ਕੇ ਹਾਲ ਵੇਖਿਆ। ਉਹ ਕਹਿਣ ਲੱਗੇ ਹੋ ਉਹ ਗੁਰੂ ਅਰਜਨ ਦੇਵ ਮਹਾਰਾਜ, ਇਸ ਜ਼ਾਲਮਾਂ ਨੇ ਕੀ ਹਾਲ ਕੀਤਾ, ਸਰੀਰ ਛਾਲੇ ਛਾਲੇ ਹੋਇਆ ਪਿਆ ਹੈ। ਤੇ ਜਦੋਂ ਆ ਕੇ ਵੇਖਿਆ ਕਹਿਣ ਲੱਗੇ ਚਾਰੇ ਪਾਸਿਓਂ ਅੱਗ ਬਰਸੇ। ਸੀਸ ਤੇ ਕਹਿਣ ਲੱਗੇ ਚਾਰੇ ਪਾਸਿਆਂ ਤੋਂ ਅੱਗ ਪੈਂਦੀ ਹੈ, ਤਨ ਤੇ ਸੇਕ ਵਰਦਾ ਹੈ। ਤੇ ਕੀ ਹੋਇਆ? ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਸਰੀਰ ਛਾਲੇ ਛਾਲੇ ਹੋਇਆ ਪਿਆ ਹੈ। ਮਹਾਰਾਜ ਜੀ ਨੂੰ ਕਿਹਾ ਸੱਚੇ ਪਾਤਸ਼ਾਹ ਹੁਕਮ ਕਰੋ, ਇਹਨਾਂ ਦੁਸ਼ਮਣਾਂ ਦਾ, ਇਹਨਾਂ ਪਾਪੀਆਂ ਦਾ ਨਾਸ ਕਰਦਿਆਂ। ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ ਸਾਈਂ ਜੀ ਕਿਹੜਾ ਦੁਸ਼ਮਣ? ਮੈਨੂੰ ਤਾਂ ਕੋਈ ਦੁਸ਼ਮਣ ਦਿਸਦਾ ਹੀ ਨਹੀਂ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਰਾਜਨ, ਹਮ ਸਭਨਾ ਕੇ ਸਾਜਨ। ਸਤਿਗੁਰੂ ਜੀ ਕਹਿਣ ਲੱਗੇ ਸਾਰਿਆਂ ਨੂੰ, ਸਾਰੇ ਸਾਡੇ ਮਿੱਤਰ ਹਨ। ਤੇ ਜਦੋਂ ਇਸ ਤਰ੍ਹਾਂ ਦਾ ਹਾਲ ਵੇਖਿਆ ਕਹਿਣ ਲੱਗੇ ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਸਾਈਂ ਮੀਆਂ ਮੀਰ ਡਿੱਠਾ ਹਾਲ ਆ ਜਦ ਜਾਰ ਦਾ, ਉਹ ਹੋ ਪਿਆ ਕੁਲ ਰੋ ਪਿਆ ਚੀਕ ਤੇ ਚਿਹਾੜੀ ਮਾਰਦਾ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਸਾਈਂ ਜੀ ਕਿਆ ਹੁਆ ਤਨ ਜਲ ਰਹਾ, ਹਮ ਸ਼ਾਂਤ ਹੈ ਹਰ ਨਾਮ ਸੇ। छोड़ो प्रीति चाम से, क्या हुआ तन जल रहा, हम शांत है हरि नाम से। कहने लगे की होया? शरीर जल रहा, छाले छाले हो गया, पर अंदर अज भी देखो। जिन्हों साहब जी कहने लगे कल ताती ठंडा हरनाओ। की होया? अंदर ठंडा है, बाहर भावें शरीर तप रहा है। सारी साहब जी कहने लगे शरीर तपदा है, तवी तपदी है। ते कहन लगे जिहड़ी रेत पै रही है वह भी तप रही है, जिहड़ी गर्मी पै रही है वह भी तपश वाली है। महाराज कहन लगे अंदर नूं पुछ के वेखो अज अंदर किन्ना ठंडा है। उस मालिक नूं जो भाउंदा उहदे हुक्म दे विच चलना, जिहड़ा सतगुर सच्चे पातशाह जी ने पूरने पाए।
ਕਹਿਣ ਲੱਗੇ ਐਸੀ ਹਾਲਤ, ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਿਠਾਇਆ, ਸੀਸ ਤੇ ਰੇਤਾ ਪਵਾਇਆ। ਜਦੋਂ ਇਹ ਤਪਾਉਣ ਵਾਲੇ ਅਜੇ ਵੀ ਨਾ ਮੰਨੇ, ਕਹਿਣ ਲੱਗੇ ਫਿਰ ਕੀ ਕੀਤਾ? ਉਬਲਦੀ ਦੇਗ ਦੇ ਵਿੱਚ ਪਾਇਆ ਗਿਆ। ਉਬਲਦੀ ਦੇਗ ਦੇ ਵਿੱਚੋਂ ਉੱਪਰ ਢੱਕਣ ਬੰਦ ਕਰਕੇ ਵਾਲੇ ਸਰੀਰ ਉਬਾਲਿਆ ਗਿਆ। ਪਾਵਨ ਦੇਹੀ ਨੂੰ ਉਬਾਲ ਦਿੱਤਾ। ਤੇ ਮਹਾਰਾਜ ਜੀ ਕਵੀ ਸਾਹਿਬ ਨੇ ਬੜੇ ਸੋਹਣੇ ਬਚਨ ਕਹੇ ਨੇ ਭਾਵਪੂਰਕ। ਉਹ ਕਹਿਣ ਲੱਗੇ ਜਿਹਦੇ ਸੀਸ ਤੇ ਕਦੇ ਸੀ ਕਲਸ ਝੁੱਲਦੇ, ਜਿਹਦੇ ਸੀਸ ਤੇ ਕਦੀ ਸੀ ਕਲਸ ਝੁੱਲਦੇ, ਗਰਮ ਬਾਲੂ ਦੇ ਕੜਛੇ ਪਵਾਰਿਆ ਸੀ। ਅੱਜ ਉਹੀ ਸਰੀਰ ਹੈ ਜਿਹਦੇ ਸਰੀਰ ਤੇ ਚਵਰ ਝੁੱਲਦੇ ਸੀ, ਕਲਸ਼ ਝੁੱਲਦੇ ਸਨ। ਕਹਿਣ ਲੱਗੇ ਅੱਜ ਐਸੀ ਹਾਲਤ ਹੈ ਕਿ ਉਸ ਸੀਸ ਦੇ ਉੱਪਰ ਗਰਮ ਬਾਲੂ ਰੇਤਾ ਪੈ ਰਿਹਾ ਹੈ। ਗਰਮ ਬਾਲੂ ਦੇ ਕੜਛੇ ਪਵਾਰਿਆ ਸੀ, ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ। ਕਹਿਣ ਲੱਗੇ ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਸਤਨਾਮ ਵਾਹਿਗੁਰੂ ਗਾ ਰਿਹਾ ਸੀ। ਤੇ ਕੀ ਐਸੀ ਹਾਲਤ, ਦੇਗ ਦੇ ਵਿੱਚ ਵੀ ਉਬਾਲਿਆ ਜਾ ਰਿਹਾ ਸਰੀਰ, ਪਰ ਆਵਾਜ਼ ਕਿਹੜੀ ਆ ਰਹੀ ਹੈ? ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਮਾ ਨਾਨਕ ਮੰਗੈ। ਗਰਮ ਬਾਲੂ ਦੇ ਕੜਛੇ ਪਵਾਰਿਆ ਸੀ, ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਸਤਨਾਮ ਵਾਹਿਗੁਰੂ ਗਾ ਰਿਹਾ ਸੀ। ਸੀਨਾ ਜਗਦਾ ਤਪਦਾ ਠਾਰਨੇ ਨੂੰ, ਤਨ ਆਪਣਾ ਸਾੜ ਵਿਖਾਰਿਆ ਸੀ। ਕਹਿਣ ਲੱਗੇ ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ। ਮੈਂ ਕਹਿ ਦਿਆਂਗਾ ਸ਼ਹੀਦੀ ਹੋ ਗਈ ਤਸੀਹੇ ਦਿੱਤੇ, ਸੁਣਨ ਵਾਲੇ ਨੇ ਸੁਣ ਲਿਆ। ਪਰ ਜਦੋਂ ਸਾਡੇ ਤੇ ਵਿਪਤਾ ਆਉਂਦੀ ਹੈ, ਭਾਵੇਂ ਕੋਈ ਘਰ ਦਾ ਜੀ ਚੜਾਈ ਕਰ ਜੇ, ਕੋਈ ਥੋੜੀ ਜੀ ਵਿਪਤਾ ਆ ਜੇ, ਅਸੀਂ ਉਦੋਂ ਹੀ ਦੁੱਖ ਦੇ ਵਿੱਚ ਕਰਲਾਉਣ ਲੱਗ ਜਾਂਦੇ ਹਾਂ, ਦੁੱਖ ਵਿੱਚ ਬਿਲਕੁਲ ਲੱਗ ਜਾਂਦੇ ਹਾਂ। ਇੱਥੋਂ ਤੱਕ ਕਿ ਗੁਰਦੁਆਰੇ ਵੀ ਜਾਣਾ ਛੱਡ ਦਿੰਦੇ ਆ ਵੀ ਮੈਂ ਇਹਨਾਂ ਗੁਰਦੁਆਰੇ ਜਾਂਦਾ ਸੀ, ਇਹਨਾਂ ਪਾਠ ਕਰਦਾ ਸੀ, ਮੇਰੇ ਤੇ ਕਿਉਂ ਦੁੱਖ ਆਇਆ ਹੈ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੱਲ ਵੇਖੇ ਕਿਵੇਂ ਪੂਰਨੇ ਪਾਏ ਨੇ। ਕਹਿਣ ਲੱਗੇ ਸੀਨਾ ਜਗਦਾ ਤਪਦਾ ਠਾਰਨੇ ਨੂੰ, ਤਨ ਆਪਣਾ ਸਾੜ ਵਿਖਾਰਿਆ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ। ਔਖੀ ਗੱਲ ਹੈ ਅਮਲ ਕਮਾਉਣ ਵਾਲੀ, ਇਹ ਤਾਂ ਆਤਮਾ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਣੀ ਗਾਉਣ ਵਾਲੀ। ਕਹਿਣ ਲੱਗੇ ਤੱਤੀ ਤਵੀ ਤੇ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸੁਖਮਣੀ ਗਾ ਰਹੇ ਨੇ, ਬਾਣੀ ਪੜ੍ਹ ਰਹੇ ਨੇ। ਕਿਆ ਕੀ ਹੋਇਆ? ਸਰੀਰ ਜਲ ਰਿਹਾ ਹੈ, ਤੜਫ ਰਿਹਾ ਹੈ, ਭਾਵ ਛਾਲੇ ਛਾਲੇ ਹੋ ਗਿਆ ਹੈ। ਪਰ ਅੰਦਰ ਨੂੰ ਪੁੱਛ ਕੇ ਦੇਖ, ਅੰਦਰ ਅੱਜ ਕਿੰਨਾ ਠੰਡਾ ਹੈ। ਸਾਈਂ ਜੀ ਤੁਸੀਂ ਵੀ ਨੀਂਹ ਰੱਖੀ ਸੀ ਹਰਮੰਦਰ ਸਾਹਿਬ ਦੀ, ਪਰ ਅਸੀਂ ਵੀ ਅੱਜ ਨੀਂਹ ਰੱਖਦੀ ਸ਼ਹੀਦਾਂ ਦੇ ਮੱਲ ਦੀ, ਸ਼ਹੀਦਾਂ ਦੇ ਮਹੱਲ ਦੀ ਨੀਂਹ ਰੱਖੀ ਹੈ। ਕਹਿਣ ਲੱਗੇ ਸ਼ਹੀਦ ਦੇਖਿਓ ਫਿਰ ਕਿਵੇਂ ਜਾਨਾਂ ਵਾਰਦੇ, ਆਪਣੇ ਧਰਮ ਦੇ ਅੜਨ ਦੇ ਲਈ, ਧਰਮ ਤੇ ਖਲੋਣ ਵਾਲੇ ਕਿਵੇਂ ਜਾਨਾਂ ਵਾਰਦੇ। ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਰੀਰ ਨੂੰ ਤੱਤੀ ਤਵੀ ਤੇ ਬਿਠਾਇਆ, ਦੇਗ ਦੇ ਵਿੱਚ ਵੀ ਉਬਾਲਿਆ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਲਈ ਕਿਸੇ ਨੂੰ ਅਪਸ਼ਬਦ ਨਹੀਂ ਬੋਲੇ। ਇਹੀ ਬਚਨ ਮਹਾਰਾਜ ਕਹਿਣ ਲੱਗੇ ਸਾਰਿਆਂ ਦੀ ਸਭ ਲਈ ਮਿੱਤਰਤਾ ਵਾਲਾ ਇੱਕ ਸਨੇਹ, ਜਿਹਨੂੰ ਮਹਾਰਾਜ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਵਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ। ਤੇ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਰੀਰ ਨੂੰ ਵੀ ਵਾਲਿਆ ਗਿਆ, ਛਾਲੇ ਛਾਲੇ ਹੋਇਆ ਪਿਆ ਹੈ ਸਰੀਰ। ਤੇ ਇਸ ਤਰ੍ਹਾਂ ਜਦੋਂ ਸਾਰੇ ਯਤਨ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਭਾਵ ਸ਼ਹੀਦ ਕੀਤਾ, ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਤਸੀਹੇ ਦਿੱਤੇ ਗਏ। ਰਾਵੀ ਦੇ ਦਰਿਆ ਦੇ ਵਿੱਚ ਵੀ ਜਦੋਂ
ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ ਹੈ, ਕਹਿਣ ਲੱਗੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਲਈ ਪੂਰਨੇ ਪਾਏ, ਜਿਨ੍ਹਾਂ ਨੂੰ ਏਡੇ ਤਸੀਹੇ ਦਿੱਤੇ ਗਏ, ਇੱਕ ਸਮਾਨ ਬਿਰਤੀ ਜਿਨ੍ਹਾਂ ਦੀ, ਜਿਹੜੇ ਕਹਿ ਰਹੇ ਨੇ ਭਾਵੇਂ ਦੁੱਖ ਆਵੇ ਭਾਵੇਂ ਸੁਖ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਉਸ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਆਪਾਂ ਸਾਰੇ ਇਕੱਤਰ ਹੋਏ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਵੀ ਕਿਰਪਾ ਕਰਨ, ਭਾਣਾ ਮੰਨਣ ਦੀ ਸਮੱਤ ਬਖਸ਼ਣ, ਬਲ ਬਖਸ਼ਣ, ਨਾਮਦਾਨ ਗੁਰਸਿੱਖੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਅਸੀਸ ਬਖਸ਼ਿਸ਼ ਕਰਨੀ ਮਹਾਰਾਜ ਜੀ, ਸੋਝੀ ਬਖਸ਼ਿਸ਼ ਕਰਨ। ਵਿਦਿਆਰਥੀ ਜੀਵਨ ਹੈ, ਇੱਕ ਨਹੀਂ ਬੇਅੰਤ ਭੁੱਲਾਂ ਚੁੱਕਾਂ ਹੋਈਆਂ ਹਨ, ਖਿਮਾ ਕਰਨੀਆਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।